ਤੇ ਮੱਝਾਂ ਗਾਵਾਂ ਦਾ ਠਰਕੀ ਅੱਛਾ ਸ਼ੌਕੀਆ ਸਹੀ ਚੰਗੀ ਤੋਂ ਚੰਗੀ ਮੱਝ ਲਿਆ ਕੇ ਤੇ ਮੈਂ ਚਾਹੀਦੀ ਉਹ ਪੁੱਤ ਐਵਰੇਜ ਬਚਤ ਹੈ ਉਹ ਐਵਰ ਉਹ 10 ਲੱਖ ਰੁਪਈਆ ਬਚਦਾ ਸਾਲ ਦਾ ਉਹ ਵੀ ਕੋਈ ਲਾ ਲਓ 2-3 ਲੱਖ ਦੇ ਹੋਰ ਕਿੰਨੇ ਕੁ ਦੇ ਵਿਕੜੇ ਨੇ ਇੰਨੇ ਤੇ ਸਾਂਭਦਾ ਹੀ ਕੋਈ ਨਹੀਂ। अस्सलाम वालेकुम। वालेकुम सलाम। क्या हाल है अंकल जी? ठीक ठाक शुक्र अल्लाह दा पुत्र। अच्छा अंकल जी सारा नंबर नाज़रीन अपना तारफ करा दियो। शबीर खान मेरा नाम है जी। मैं कहंदे रहन वाला ते मझां गावां दा ठरकी अच्छा शौकिया सही चंगी तो चंगी मझ लिया के ते मैं चाहिदी। ਇਹ ਠਰਕ ਵਿੱਚ ਕੋਈ ਫਾਇਦਾ ਵੀ ਹੋ ਰਿਹਾ ਹੈ ਕਿ ਬਸ ਠਰਕ ਦੀ ਹੱਦ ਸਿੱਧਾ ਹੀ ਹੈ? ਇਹ ਠਰਕ ਦੀ ਸ਼ੌਕ ਦੀ ਹੱਦ ਸਿੱਧਾ ਪੁੱਤਰ और प्रॉफिट को नहीं ਇਹਦੇ ਚ ਆਉਂਦੀ। ਇਹ ਕੰਮ ਜੇ ਤੇ ਸਰ ਅਗਰ ਪ੍ਰੋਫਿਟ ਨਹੀਂ ਹੁੰਦੀ ਤੇ ਤੁਸੀਂ ਇਹ ਠਰਕ ਫਿਰ ਛੱਡਦੇ ਕਿਉਂ ਨਹੀਂ ਪਏ? ਇਹ ਛੱਡ ਨਹੀਂ ਸਕਦੇ, ਪਿਓ ਦਾਦੇ ਦੀ ਵਿਰਾਸਤ ਲਾ ਕੇ ਟੁਰਿਆ ਲਗਾ ਆਇਆ। ਅਸੀਂ ਕਿਸ ਤਰ੍ਹਾਂ ਛੱਡੀਏ? ਅਸੀਂ ਛੱਡ ਨਹੀਂ ਸਕਦੇ। ਇਹ ਪੇਸ਼ਾ ਹੋ ਗਿਆ, ਚਾਹੇ ਘਾਟਾ ਚਾਹੇ ਵਾਧਾ, ਕਾਰੋਬਾਰ ਦੀ ਇੱਕ ਲਾਈਨ ਬਣ ਗਈ ਹੈ। ਨਹੀਂ ਇਹ ਇਸ ਟਾਈਮ ਜਿਹੜਾ ਤੁਹਾਡਾ ਫਾਰਮ ਹੈ ਜਾਨਵਰਾਂ ਦਾ ਨੁਕਸਾਨ ਵਿੱਚ ਜਾ ਰਿਹਾ ਹੈ ਜਾਂ ਕਿ ਨਫੇ ਵਿੱਚ ਜਾ ਰਿਹਾ ਹੈ? ਨਾ ਨਫੇ ਚ ਤੇ ਨਾ ਨੁਕਸਾਨ ਚ, ਪੂਰਾ ਕਿਸ ਲਿਹਾਜ਼ ਨਾਲ ਜ਼ਰਾ ਤਫਸੀਲ ਦੱਸੋ ਨਾ। ਉਹ ਦੁੱਧ ਦੇ ਹਿਸਾਬ ਨਾਲ ਰੋਜ਼ 10,000 ਦਾ ਦੁੱਧ ਵੇਚਨੇ ਇਹਦੇ ਚ, ਕੁਛ ਉਧਾਰ ਹੈ। 10,000 ਦਾ ਰੋਜ਼ ਡੇਲੀ ਹੁੰਦਾ। ਇਹ ਤੇ ਹੋ ਗਿਆ ਨਾ 10,000 ਦਾ ਤੁਸੀਂ ਦੁੱਧ ਸੇਲ ਕਰਦੇ ਹੋ ਤੇ ਖਰਚਾ ਕਿੰਨਾ ਵੀ ਹੁੰਦਾ? ਖਰਚਾ ਗਿਣ ਲਿਆ ਅੱਧਾ। ਖਰਚਾ ਕਿੰਨਾ? ਅੱਧਾ ਗਿਣ ਲਿਆ। ਅੱਧਾ ਤੇ ਫਿਰ ਅੱਧੀ ਬਚਤ ਨਾ ਹੋ ਗਈ? ਅੱਧੀ ਬਚਤ ਹੋ ਗਈ। ਤੇ ਉਹ ਪੱਠੇ ਨਹੀਂ ਮੁੱਲ ਦੇ ਪੈਣੇ ਤੇ ਨਹੀਂ ਖਰਚੇ ਵਿੱਚੋਂ ਪੱਠੇ ਕੱਢਦੇ ਨਹੀਂ ਪਏ ਤੁਸੀਂ? ਕੱਢਨੇ ਪਏ ਨਹੀਂ, ਉਹ ਨਹੀਂ ਨਿਕਲਦੇ। ਅੱਛਾ ਇਹ ਪੱਠੇ ਕੱਲ ਰੇੜਾ ਮੰਗਵਾਇਆ ਸੀ, ਇਹ 8,500 ਦਾ ਰੇੜਾ ਆਇਆ। 8.5 ਦੀ ਤੂੜੀ ਆ ਗਈ ਹੈ। ਇਹ ਚ ਪ੍ਰੋਫਿਟ ਨਹੀਂ ਕੀ ਬੰਦਾ ਵਕਤ ਨੂੰ ਧੱਕੀ ਜਾਂਦਾ ਹੈ ਪੁੱਤਰ, ਹੋਰ ਗੱਲ ਕੋਈ। ਤੇ ਜਿਹੜੇ ਨੌਜਵਾਨ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਸ਼ੌਕ ਹੈ ਡੇਰੀ ਫਾਰਮ ਸ਼ੁਰੂ ਕਰਨਾ, ਤੇ ਫਿਰ ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹ ਨਾ ਬਣਾਉਣ, ਇਹਨੂੰ ਕੋਈ ਫਾਇਦਾ ਨਹੀਂ ਇਹਦੇ ਚ। ਇਸ ਤਰ੍ਹਾਂ ਇਹ ਤੇ ਸਾਡੇ ਜੇ ਵਡੇਰੇ ਬੰਦੇ ਫਾ ਲਿਆ ਨਾਲ। ਇੱਕ ਮੇਰੇ ਬੱਚੇ ਨੇ ਪੁੱਤਰ, ਹੁਣ ਮੈਂ ਨਹੀਂ ਕਰਦਾ, ਇੱਥੇ ਛੱਡ ਜਾਣਗੇ। ਤੇ ਇਸ ਟਾਈਮ ਕਿੰਨੇ ਜਾਨਵਰ ਜੇ? ਇਸ ਵੇਲੇ ਜਾਨਵਰ 22 ਨੇ। ਤੇ ਕਿੰਨੇ ਜਿਹੜੇ ਤੁਸੀਂ ਇੱਕ ਤੇ ਖੁਦ ਹੋ ਨਾ ਤੇ ਨਾਲ ਕਿੰਨੇ ਬੇਟੇ ਤੁਹਾਡੇ ਸੰਭਾਲਦੇ ਨੇ ਪਏ 22 ਜਾਨਵਰ? 2। ਯਾਨੀ ਕਿ 3 ਜਣੇ ਤੁਸੀਂ 22 ਜਾਨਵਰਾਂ ਨੂੰ ਸੰਭਾਲਦੇ ਹੋ? ਹਾਂਜੀ। ਤੇ ਕੱਲ ਇੱਕ ਮੁਲਾਜ਼ਮ ਸੀ, ਉਹ ਛੁੱਟੀ ਕਰ ਗਿਆ। ਪੱਕੀ ਛੁੱਟੀ ਕਰ ਗਿਆ? ਪੱਕੀ। ਕੀ ਵਜ੍ਹਾ ਹੁੰਦੀ ਹੈ ਮੁਲਾਜ਼ਮ ਕਿਉਂ ਨਹੀਂ ਟਿਕਿਆ? ਉਹ ਛੁੱਟੀ ਪੀਆਂ ਘਰ ਗਿਆ, ਉਹਦਾ ਹੀ ਕੰਮ ਸੀ ਕੋਈ, ਹੋਰ ਤਾਂ ਕੋਈ ਨਹੀਂ। अच्छा माशाल्लाह अंकल जी बड़ी बड़ी नस्लां ने मज्झां। सारा चंगी नस्ल तुसीं किहनूं कहंदे मज्झ दी? नीली रावी। नीली रावी। हां नीली रावी दी की खास पहचान है? क्यों लोग इहनूं चंगी नस्ल आंदे ने? कुंडी बोली बिल्ली पंज कल्याण चड्डे चंगे मईयां दे, ਇਹਦੀ ਪਛਾਣ ਹੈ। ਪੂਛਲ ਪਤਲੀ ਮਈ ਦੀ, ਕਗਲੀ ਨਾ ਅਗਲੀ ਵੱਡੀ ਹੋਏ, ਥਣ ਮੈਂ ਦਾ ਚੰਗਾ, ਦੁੱਧ ਚੰਗਾ ਮਈ ਥੱਲੇ। ਅੱਜ ਕੱਲ ਦੌਰ ਬੜਾ ਮਹਿੰਗਾ ਚੱਲ ਰਿਹਾ ਮਾਸ਼ਾਅੱਲਾ। ਇੱਕ ਚੰਗੀ ਮੱਝ ਜਿਹੜੀ ਉਹ ਕਿੰਨੇ ਦੀ ਮਿਲ ਜਾਂਦੀ ਹੈ? ਮੈਂ ਤੇ ਆਂਦੀ ਆ ਜੇ 3 ਸਵਾ 3 ਦੀਆਂ, ਪੌਣੇ 3 ਦੀਆਂ, 3 ਦੀਆਂ ਵੀ ਬੰਦੀਆਂ ਚ ਲਿਆ ਕੇ। ਅੱਛਾ ਇਹ ਹੀ ਨਹੀਂ ਆਂਦੀਆਂ ਜੇ ਵੱਧ ਨੇ। 3 ਲੱਖ ਦੀ ਮੱਝ ਔਰ ਦਾਣਾ ਦਾ ਕਿੰਨਾ ਦੁੱਧ ਦੇ ਜਾਂਦੀ ਹੈ ਅਗਰ ਚੰਗੀ ਨਿਕਲ ਆਏ ਤੇ? ਉਹ 14-15 ਕਿਲੋ। 14-15 ਕਿਲੋ। ਉਹਨਾਂ ਵਿੱਚੋਂ ਕਿੰਨਾ ਖਰਚਾ ਕਰਾ ਜਾਂਦੀਆਂ ਨੇ ਤੇ ਕਿੰਨੀ ਬਚਤ ਹੋ ਜਾਂਦੀ ਹੈ? ਅੱਧੀ। ਜ਼ਬਰਦਸਤ। ਅੱਛਾ ਜਿਹੜੀ ਮੱਝ 14-15 ਕਿਲੋ ਦੁੱਧ ਦਿੰਦੀ ਹੈ ਇੱਕ, ਉਹ ਕਿੰਨੀ ਦੇਰ ਦੁੱਧ ਹੱਡੀ ਸਾਲ ਦੇ ਵਿੱਚ? ਉਹ 6 ਮਹੀਨੇ ਸਹੀ। 6 ਮਹੀਨੇ ਅੱਧਾ ਸਹੀ ਦਿੰਦੀ। ਉਸ ਤੋਂ ਬਾਅਦ ਉਹ ਕਿੰਨੇ ਦਿਨ ਰਹੀ ਨੇ ਖੰਗੜ ਹੋ ਕੇ? ਉਹ ਰਹਿ ਜਾਂਦੀ ਅੱਧ ਚ ਗਿਣ ਲਓ ਤੁਸੀਂ। ਮਸਲਾ 3 ਲੱਖ ਨਹੀਂ, 1.5 ਲੱਖ ਦੀ ਰਹਿ ਗਈ। 1.5 ਲੱਖ ਦੀ ਤੇ ਉਹ 1.5 ਲੱਖ ਦੁੱਧ ਦੇ ਜਾਂਦੀ 6 ਮਹੀਨੇ? ਦੇ ਜਾਂਦੀ ਹੈ। ਪੂਰੀ ਨਾ ਕੋਈ ਬਚਤ ਨਹੀਂ ਦੇ? ਨਹੀਂ ਕੋਈ ਨਹੀਂ। ਜਿਹੜਾ ਉਹਦੇ ਪਿੱਛੇ ਬੱਚਾ ਹੁੰਦਾ ਉਹ ਬਚਤ ਹੁੰਦੀ ਹੈ ਕਿ ਨਹੀਂ? ਉਹ ਮਰ ਜੇ ਤੇ ਭੈਣ ਜੋ ਘਾਟਾ। ਅੱਛਾ ਉਹ ਘਾਟਾ ਹੀ ਘਾਟਾ ਹੈ। ਤੇ ਅਗਰ ਉਹਦੇ ਪਿੱਛੇ ਕੱਟਾ ਵੇ ਉਹ ਸਾਲ ਦਾ ਹੋ ਜਾਏ, ਉਹ ਕਿੰਨੇ ਦਾ ਵਿਕ ਜਾਂਦਾ? ਉਹ ਵੀ 35-40 ਹਜ਼ਾਰ ਦਾ ਵਿਕ ਜਾਂਦਾ, 50 ਦਾ ਵੀ ਵਿਕ ਜਾਂਦਾ ਸਾਂਭੇ ਹੋਵੇ। ਤੁਹਾਡੇ ਕੋਲ ਇਸ ਟਾਈਮ ਕਿੰਨੇ ਜਾ ਮੌਜੂਦ ਨੇ ਇਹਨਾਂ ਡੰਗਰਾਂ ਦੇ? 5 ਨੇ ਮੇਰੀ ਯਾਦ ਚ। ਜਿਹੜੇ ਜਵਾਨ ਨੇ? ਨਹੀਂ ਛੋਟੇ ਨੇ ਜਰਾ ਛੋਟੇ। ਇਸ ਟਾਈਮ ਤੁਹਾਡੇ ਕੋਲ 22 ਜਾਨਵਰ ਨੇ, ਤੁਸੀਂ ਖੁਦ ਵੀ ਹੋ, ਨਾਲ ਤੁਹਾਡੇ 2 ਬੇਟੇ ਵੀ ਨੇ, ਫਿਰ ਵੀ ਤੁਸੀਂ ਕਹਿੰਦੇ ਹੋ ਕੰਮ ਵਿੱਚ ਨਫਾ ਨਹੀਂ ਹੈ। ਤੇ ਫਿਰ ਤੁਸੀਂ ਖੁਦ ਤੇ ਚਲੋ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਕਿਹਾ ਕਿ ਬੁੱਢਿਆਂ ਦੀ ਮਜਬੂਰੀ ਹੋਈ ਜਾਂਦੀ ਹੈ, ਤੇ ਜਿਹੜੇ ਤੁਹਾਡੇ ਪੁੱਤਰ ਜਵਾਨ ਨੇ ਤੇ ਉਹਨਾਂ ਨੂੰ ਫਿਰ ਤੁਸੀਂ ਦੂਸਰੇ ਕੰਮ ਵੱਲ ਕਿਉਂ ਨਹੀਂ ਲਾ ਰਹੇ? ਉਹ ਨਹੀਂ ਮੈਨੂੰ ਨਹੀਂ ਨਾ ਛੱਡ ਸਕਦੇ, ਉਹ ਮੈਨੂੰ ਨਹੀਂ ਛੱਡ ਸਕਦੇ। ਆਂਦੇ ਨੇ ਪਿਓ ਸਾਡਾ ਕਰੇ ਤੇ ਅਸੀਂ ਕਿਤੇ ਜਾਣਾ। ਉਹ ਦੁੱਧ ਪੀਂਦੇ ਨਹੀਂ, ਮੱਖਣ ਖਾਂਦੇ ਨਹੀਂ, ਉਹ ਜੋ ਮਰਜੀ ਵੇ ਖਾਣ, ਉਹ ਕੱਲ ਦਾ ਕੋਈ ਨਹੀਂ ਹੁੰਦਾ।
ਆ ਨਹੀਂ ਉਹ ਤੇ ਹੈ ਵੇ ਕਿ ਘਰ ਦੇ ਜਾਨਵਰ ਨੇ, ਮੱਖਣ ਵੀ ਮਿਲ ਜਾਣਾ, ਦੁੱਧ ਵੀ ਹਾਲਸ ਮਿਲਣਾ ਹੈ। ਹਾਂਜੀ ਇਸ ਟਾਈਮ ਟੋਟਲ 22 ਮੱਝਾਂ ਨੇ। ਹਾਂਜੀ 22 ਮੱਝਾਂ ਚੋਂ ਕਿੰਨੀਆਂ ਮੱਝਾਂ ਦੁੱਧ ਦੇ ਰਹੀਆਂ ਨੇ? 22 ਚ 20 ਜਾਨਵਰ ਦੁੱਧ ਦਿੰਦੇ ਨੇ ਮਾਸ਼ਾਅੱਲਾ। ਉਹ ਜਿਹੜੀਆਂ 20 ਮੱਝਾਂ ਦੁੱਧ ਦੇ ਰਹੀਆਂ ਨੇ ਸਾਰੀਆਂ ਸਜਰੀਆਂ ਸੂਈਆਂ ਨੇ ਜਾਂ ਕਿ ਕੁਛ ਨੂੰ ਦੇਰ ਹੋ ਗਈ ਹੈ ਸੂਈਆਂ? ਸਾਰੀਆਂ ਨਹੀਂ, ਅੱਧੀਆਂ ਸਜਰੀਆਂ ਸੂਈਆਂ ਨੇ ਤੇ ਅੱਧੀਆਂ ਦੇਰ ਹੋ ਗਈ। ਤੇ 20 ਮੱਝਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਸੇਲ ਹੋ ਜਾਂਦਾ? ਇਹ ਦੁੱਧ ਹੋ ਜਾਂਦਾ 3 ਮਣ। ਇਹ ਇੱਕ ਟਾਈਮ ਦਾ? ਦੋਵਾਂ ਟਾਈਮਾਂ ਦਾ 120 ਕਿਲੋ। ਹਾਂ। ਤੇ ਘਰ ਕਿੰਨਾ ਰੱਖਦੇ ਹੋ? ਘਰ ਵੀ ਕੋਈ 10-12 ਕਿਲੋ। ਮਾਸ਼ਾਅੱਲਾ, ਯਾਨੀ ਰੋਜ਼ਾਨਾ ਦਾ 130 ਕਿਲੋ ਦੁੱਧ ਹੋ ਜਾਂਦਾ ਹੈ। ਤੇ ਦੁੱਧ ਦਾ ਕੀ ਰੇਟ ਚੱਲਦਾ ਪਿਆ? ਦੁੱਧ ਦਾ 90 ਰੁਪਏ ਵੀ ਚੱਲਦਾ ਘਰਾਂ ਇੱਥੇ ਡੇਰੇ ਤੇ, ਗਾਵਾਂ ਮਈਆਂ ਦਾ ਮਿਕਸ ਕਰਕੇ। ਤੇ ਮਈਆਂ ਦਾ ਘਰ ਕਿਹੜਾ ਦੁੱਧ ਉਹ 110-20 ਚੱਲਦਾ। ਤੇ ਫਿਰ ਤੁਸੀਂ ਸਾਰਾ ਦੁੱਧ ਘਰਾਂ 'ਚ ਕਿਉਂ ਨਹੀਂ ਸੇਲ ਕਰਦੇ? ਤੁਹਾਨੂੰ ਰੇਟ ਅੱਛਾ ਹੀ ਨਹੀਂ, ਵਾਰਾ ਹੀ ਨਹੀਂ ਖਾਂਦਾ। ਫਿਰ ਦੁੱਧ ਹੀ ਨੂੰ ਸੇਲ ਕਰਨਾ ਪੈਂਦਾ ਹੈ। ਹਾਂਜੀ, ਦੁੱਧ ਹੀ ਰੇਟ ਕਮ ਦਿੰਦਾ ਹੈ। ਹਾਂਜੀ ਠੀਕ ਹੈ ਮਾਸ਼ਾਅੱਲਾ। ਯਾਨੀ ਰੋਜ਼ਾਨਾ ਦਾ 120 ਕਿਲੋ ਸੇਲ ਕਰਦੇ ਹੋ, ਕੋਈ 10-12 ਕਿਲੋ ਰੱਖ ਵੀ ਲੈਂਦੇ ਹੋ। ਹੁਣ ਜ਼ਰਾ ਸਹੀ ਗੱਲ ਦੱਸਣੀ ਹੈ ਤਾਂ ਕਿ ਜਿਹੜੇ ਵੇਖਦੇ ਨੇ ਵੀ ਉਹਨਾਂ ਨੂੰ ਫਾਇਦਾ ਹੋਈਏ। ਤਕਰੀਬਨ ਤੁਹਾਡਾ 10-12 ਹਜ਼ਾਰ ਦਾ ਦੁੱਧ ਸੇਲ ਹੁੰਦਾ ਹੈ। ਹਾਂਜੀ। ਇਹ ਦੱਸੋ ਤੁਹਾਡੀ ਜ਼ਮੀਨ ਆਪਣੀ ਹੈ ਜਾਂ ਕਿ ਚਾਰਾ ਮੁੱਲ ਲੈ ਰਹੇ ਹੋ? ਚਾਰਾ ਹੁਣ ਮੁੱਲ ਲਿਆ, ਪਹਿਲੋਂ ਪੱਠੇ ਆਪਣੇ ਸਨ। ਇਹ ਕਿੰਨੇ ਇਹਨਾਂ ਵਾਸਤੇ ਬੀਜੇ ਹਜੇ? ਪੱਠੇ 4 ਕਮਾ ਬੀਜੇ ਸਨ। 4 ਕਿੱਲੇ? ਹਾਂ 4 ਕਿੱਲੇ 22 ਜਾਨਵਰਾਂ ਵਾਸਤੇ ਪੂਰੇ ਹੋ ਜਾਂਦੇ ਨੇ ਕਿ ਲੈਣੇ ਪੈਂਦੇ ਨੇ? ਨਹੀਂ, ਪੂਰੇ ਹੋ ਜਾਂਦੇ ਨੇ। ਤੇ ਹੁਣ ਤੁਸੀਂ ਜਿਹੜੇ ਪੱਠੇ ਲਏ ਨੇ ਉਹ ਜ਼ਮੀਨ ਵਿੱਚੋਂ ਲਏ ਨੇ ਜਾਂ ਟੋਕੇ ਤੋਂ ਲੈ ਕੇ ਆਉਂਦੇ? ਟੋਕੇ ਤੋਂ, ਕੰਡੇ ਤੋਂ। ਰੋਜ਼ਾਨਾ ਦੇ ਕਿੰਨੇ ਕੁ ਦੇ ਲੈ ਆਉਂਦੇ ਹੋ? ਇਹ ਆਂਦਾ ਕੋਈ 16,000 ਦੇ ਆਏ। ਕਿ ਕਿੰਨੀ ਕੁ ਦੇਰ ਤੁਹਾਨੂੰ ਪੱਠੇ ਮੁੱਲ ਲੈਣੇ ਪੈਂਦੇ ਫਿਰ ਤੁਹਾਡੇ ਖੁਦ ਤਿਆਰ ਆਪਣੇ ਹੋ ਜਾਂਦੇ? ਕੋਈ 20 ਕੁ ਦਿਨ। 20 ਦਿਨ, ਯਾਨੀ ਆ 20 ਦਿਨ ਤੁਹਾਡੇ ਮੁਸ਼ਕਲ ਨੇ। ਹਾਂਜੀ ਠੀਕ। ਅਗਰ ਓਵਰਆਲ ਗੱਲ ਕੀਤੀ ਜਾਏ ਪੂਰੇ ਸਾਲ ਦੀ, ਕਿਉਂਕਿ ਪੂਰਾ ਸਾਲ ਤੇ ਇੱਕ ਜੈਸਾ ਨਹੀਂ ਲੱਗਦਾ, ਅਪ ਡਾਊਨ ਚੱਲਦਾ ਰਹਿੰਦਾ, ਬਾਜ਼ੂਕਾਤ ਮੱਝਾਂ ਵੀ ਕੁਝ ਵਿੱਚ ਫੰਡਰ ਹੁੰਦੀਆਂ ਨੇ। ਓਵਰਆਲ ਅਗਰ 22 ਜਾਨਵਰ ਹੋਣ ਤੇ ਐਵਰੇਜ ਗੱਲ ਕਰਨੀ ਹੈ, ਮਹੀਨੇ ਦੀ ਕਿੰਨੀ ਬਚਤ ਹੋ ਜਾਂਦੀ ਹੈ 22 ਜਾਨਵਰਾਂ ਤੋਂ? ਮਹੀਨੇ ਦੀ ਕਿੰਨੀ ਬਚਤ? ਜੀ, ਕਿਉਂਕਿ ਅਪ ਡਾਊਨ ਯਾਨੀ ਕਿ ਫਰਜ਼ ਕੀਤਾ ਬਾਜ਼ੂਕਾਤ ਜ਼ਿਆਦਾ ਹੁੰਦੀ ਹੈ, ਬਾਜ਼ੂਕਾਤ ਕਮ ਹੁੰਦੀ ਹੈ, ਐਵਰੇਜ ਬਚਤ ਉਹ ਐਵਰੇਜ ਉਹ 10 ਲੱਖ ਰੁਪਈਆ ਬਚਦਾ ਸਾਲ ਦਾ। ਇਹ 22 ਜਾਨਵਰਾਂ ਤੋਂ? 22 ਜਾਨਵਰਾਂ ਤੋਂ। ਇਹ ਦੁੱਧ ਦਾ? ਦੁੱਧ ਦਾ। ਤੇ ਜਿਹੜੇ ਜਾਨ ਨੇ ਉਹ ਵੀ ਕੋਈ ਮਰ ਜਾਂਦੇ ਨੇ, ਕੋਈ ਵੇਚ ਲਈਦੇ ਨੇ ਕਿਤੇ ਜਵਾਨ। ਕਿੰਨੇ ਕਿਤੇ ਵਿਕ ਜਾਂਦੇ ਨੇ ਸਾਲ ਬਾਅਦ? ਉਹ ਵੀ ਕੋਈ ਲਾ ਲਓ 2-3 ਲੱਖ ਦੇ, ਹੋਰ ਕਿੰਨੇ ਕਿਤੇ ਵਿਕੜੇ ਨੇ, ਇੰਨੇ ਤੇ ਸਾਂਭਦਾ ਹੀ ਕੋਈ ਨਹੀਂ। ਮਾਸ਼ਾਅੱਲਾ, ਯਾਨੀ ਕਿ ਕੋਈ 10 ਲੱਖ ਦਾ ਦੁੱਧ ਦੀ ਬਚਤ ਹੈ 22 ਜਾਨਵਰਾਂ ਦੀ। ਨਾਲ ਤੁਸੀਂ ਖੁਦ ਨਾਲ 2 ਬੇਟੇ ਨੇ ਤੇ ਕੋਈ 2 ਲੱਖ ਦੇ ਜਾ ਵੀ ਸੇਲ ਹੋ ਜਾਂਦੇ ਨੇ। ਤੇ ਤੁਸੀਂ ਜ਼ਿਕਰ ਕੀਤਾ ਕੁਝ ਜਾ ਮਰ ਜਾਂਦੇ ਨੇ। ਅਗਰ ਤੁਸੀਂ ਉਹਨਾਂ ਦੀ ਇਹਤਿਆਤ ਕਰੋ, ਪਹਿਲੇ ਤੇ ਇਹ ਦੱਸੋ ਕੀ ਵਜ੍ਹਾ ਬਣਦੀ, ਜਾ ਮਰਦੇ ਕਿਉਂ ਨੇ? ਉਹ ਠੰਡ ਲੱਗ ਜਾਂਦੀ ਜੇ, ਦੁੱਧ ਵਾਹਣ ਲਾ ਪੈਂਦੇ ਜੇ, ਇਹ ਵਜ੍ਹਾ ਜੇ, ਹੋਰ ਤੇ ਵਜ੍ਹਾ ਕੋਈ ਨਹੀਂ। ਤੇ ਤੁਸੀਂ ਕੋਈ ਇਹਤਿਆਤ ਨਹੀਂ ਕਰਦੇ ਕਿ ਉਹਨਾਂ ਨੂੰ ਠੰਡ ਨਾ? ਟੀਕੇ ਲਾਣੇ ਤਾਕਤ ਦੇ। ਅੱਛਾ ਮਾਸ਼ਾਅੱਲਾ, 20 ਜਾਨਵਰ ਤੁਹਾਡੇ ਦੁੱਧ ਦੇ ਰਹੇ ਨੇ, ਇਹਨਾਂ 20 ਵਿੱਚੋਂ ਤੁਹਾਡੇ ਕੋਲ ਸਾਰਾ ਜ਼ਿਆਦਾ ਕਿੰਨਾ ਦੁੱਧ ਦੇ ਰਹੀ ਹੈ ਮੱਝ ਤੇ ਸਾਰਾ ਨਾਲ ਘੱਟ ਕਿੰਨਾ ਦੇ ਰਹੀ ਹੈ? ਘੱਟ 3 ਕਿਲੋ ਵੀ ਦਿੰਦੀਆਂ ਨੇ, 2.5 ਕਿਲੋ ਵੀ ਦਿੰਦੀਆਂ ਨੇ ਜਿਹੜੀਆਂ ਪਛੜਾਂ ਨੇ। ਤੇ ਜ਼ਿਆਦਾ ਕਿਹੜੀ 14-15 ਕਿਲੋ, 12 ਕਿਲੋ। 14-15। ਅੱਛਾ, ਇੱਕ ਨਵਾਂ ਬੰਦਾ ਜਿਹੜਾ ਮੱਝਾਂ ਲੈਣ ਜਾਂਦਾ ਉਸ ਇਲਾਕੇ ਚੋਂ, ਉਹਨੂੰ ਮੱਝਾਂ ਡੇਰੇ ਤੋਂ ਲੈਣੀ ਚਾਹੀਦੀਆਂ ਨੇ ਜਾਂ ਮੰਡੀ ਚੋਂ ਲੈਣੀ ਚਾਹੀਦੀਆਂ ਨੇ? ਉਹਨੂੰ ਡੇਰੇ ਤੋਂ। ਸਹੀ ਹੈ। ਕਿਹੜੀ ਚੀਜ਼ ਵੇਖ ਕੇ ਮੱਝ ਲੈਣੀ ਚਾਹੀਦੀ, ਕਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ? ਥਣ ਮੈਂ ਦਾ ਵੇਖਣਾ ਚਾਹੀਦਾ, ਮਾਈ ਦਾ ਬਹਾਨਾ, ਮਾਈ ਦਾ ਸ਼ਕਲ ਸ਼ਬਾਬ ਵੇਖਣਾ ਚਾਹੀਦਾ, ਕੱਦ ਵੇਖਣਾ ਚਾਹੀਦਾ। ਸਹੀ ਹੈ। ਅੱਛਾ, ਮੱਝ ਸੂਈ ਲੈਣੀ ਚਾਹੀਦੀ ਕਿ ਸੂਣਾ ਲੈਣੀ ਚਾਹੀਦੀ? ਸੂਈ ਲੈਣੀ ਚਾਹੀਦੀ। ਸੂਈ। ਮੱਝ ਅਗਰ ਬੰਦਾ 8-9 ਮਹੀਨੇ ਗੱਭਣ ਲੈ ਉਹ ਨਹੀਂ ਠੀਕ? ਨਹੀਂ, ਉਹ ਥਣ ਦਾ ਵਾਧਾ ਘਾਟਾ ਹੋ ਜਾਂਦਾ। ਮਾਸ਼ਾਅੱਲਾ, ਕਾਫੀ ਤੁਹਾਡਾ ਤਜਰਬਾ ਹੈ। ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਹੁੰਦੀ ਹੈ ਤੇ ਉਹਦਾ ਕਿਹੜਾ ਦੇਸੀ ਇਲਾਜ ਕਰਦੇ ਹੋ? ਉਹ ਦੇਸੀ ਇਲਾਜ ਦੱਸ ਦਿਓ ਤਾਂ ਕਿ ਜਿਹੜੇ ਭਾਈ ਵੀਡੀਓ ਵੇਖਦੇ ਨੇ ਉਹਨਾਂ ਦਾ ਫਾਇਦਾ ਹੋਈਏ। ਦੇਸੀ ਇਲਾਜ ਮਈਆਂ ਨੂੰ ਅਸੀਂ ਤਾਂ ਕਿਦੋਂ ਪੱਠੇ ਮਈ ਨਾ ਖਾਏ, 5 ਗ੍ਰਾਮ ਟੀਕਾ ਲਾਣੇ ਆ, ਨਾਲ ਗੁੜ ਗੰਢੇ ਦੇਣੇ ਆ, ਅਦਰਕ ਮਿਰਚਾਂ ਹਰੀਆਂ ਦੇ ਛੱਡਦੀ ਆ, ਹੋਰ ਇਹਨਾਂ ਨੂੰ ਕੋਈ ਥੋੜ੍ਹੇ ਬਹੁਤ ਮਸਾਲੇ ਦਿੰਦੇ ਰਹਿੰਦੇ ਬਣਾ ਕੇ। ਮਸਾਲੇ ਜਿਹੜੇ ਤੁਸੀਂ ਖੁਦ ਬਣਾ ਕੇ ਦਿੰਦੇ ਹੋ, ਕਿਹੜੀ ਚੀਜ਼ ਦਾ ਮਸਾਲਾ ਬਣਾਉਂਦੇ ਹੋ ਤੇ ਕਿੰਨੇ? ਜਵੈਣ, ਤੁਮਾ, ਇਸ ਦੇ ਪਾ ਕੇ ਕਾਲਾ ਲੂਣ, ਸਾਰੇ ਮਸਾਲੇ ਪਾਈ ਦੇਣ ਵਿੱਚ, ਚਿੱਟਾ ਜੀਰਾ, ਗਾਂ ਪਿਛਾਂ ਸਭ ਵਿੱਚ ਮਿਕਸ ਕਰਕੇ ਦੇਈ ਦੇ। ਕਿੰਨੇ ਦਿਨ ਬਾਅਦ ਦਿੰਦੇ ਹੋ? ਉਹ 7-8 ਦਿਨ। ਇਹ ਜਿਹੜਾ ਮਸਾਲਾ ਤੁਸੀਂ ਤਿਆਰ ਕਰਦੇ ਹੋ ਕਿੰਨਾ ਕੁ ਦੇਣਾ ਤੇ ਇਹਦਾ ਕੀ ਫਾਇਦਾ ਹੈ? ਇਹਦਾ ਪੱਠੇ ਡੰਗਰ ਚੰਗਾ ਖਾਏਗਾ, ਦੁੱਧ ਤੇ ਝਾਗਾ ਹੋਵੇਗੀ। ਅੱਛਾ, ਇੱਕ ਡੰਗਰ ਜਿਹੜਾ ਦੁੱਧੋਂ ਨਹੀਂ ਟੁਰਦਾ ਉਹਨੂੰ ਕੀ ਸੂਣ ਤੋਂ ਬਾਅਦ ਦੁੱਧੋਂ ਨਹੀਂ ਟੁਰਦਾ, ਉਹਨੂੰ ਕੀ ਬਣਾ ਦਵੇ?
ਉਹਨੂੰ ਤੇ ਅਸੀਂ ਦਿੰਦੇ ਜੇ ਘਿਓ ਕਾੜੇ ਛਾੜੇ ਦਿੰਦੇ ਜੇ ਗਲਕੰਦ ਦਿੰਦੇ ਜੇ। ਸਹੀ ਹੈ, ਹੋਰ ਕੁਝ ਨਹੀਂ। ਅੱਛਾ, ਇੱਕ ਜਾਨਵਰ ਸੂਣ ਵਾਲਾ 8-9 ਮਹੀਨਿਆਂ ਦਾ ਹੋ ਗਿਆ ਮਿਸਾਲ ਤੌਰ ਤੇ ਗੱਭਣ, ਉਹਨੂੰ ਬੰਦਾ ਕੀ ਮਹੀਨਾ ਕੋ ਪਹਿਲਾਂ ਕੀ ਦੇਣਾ ਚਾਹੀਦਾ ਵੇ ਕਿ ਉਹਦੇ ਥਣ ਛਣ ਖੁੱਲ ਜਾਂਦੇ, ਖੁੱਲ ਕੇ ਸੂਏ ਜ਼ਰਾ ਕੋ? ਉਹਨੂੰ ਘਿਓ ਦੇਣਾ ਚਾਹੀਦਾ ਮੈਨੂੰ। ਕਿੰਨਾ? ਅੱਧਾ ਹਰ ਰੋਜ਼? ਹਾਂ। ਗਰਮੀ ਵਿੱਚ ਵੀ ਘਿਓ ਦਿੰਦੇ। ਨਹੀਂ ਗਰਮੀ 'ਚ ਘਿਓ ਫਿਰ ਤੇਲ ਨਹੀਂ ਬਿਹਤਰ ਗਰਮੀ 'ਚ? ਨਹੀਂ, ਉਹ ਪੁੱਤਰ ਆਹ ਦਿੱਤਾ ਇੱਕ ਮੈਂ ਸੂਈ ਆਂਦੀ ਸੀ ਤੇ ਉਹ ਰਾਤ ਨਹੀਂ ਸੁੱਟਦੀ ਤੇ ਉਹਨੂੰ ਦਿੱਤਾ ਸੀ ਚੂਰੀ ਬਣਾ ਕੇ, ਮੈਂ ਸਾਫ਼ ਹੋ ਗਈ ਸੀ। ਤੇ ਅੱਛਾ, ਕਿਸ ਟਾਈਮ ਦੇਣਾ ਚਾਹੀਦਾ ਹੈ? ਸ਼ਾਮ ਨੂੰ। ਸ਼ਾਮ ਨੂੰ ਦੇ ਕੇ ਅੰਦਰ ਬੰਦੇ ਬੰਦਾ ਨੇ ਬਾਹਰ ਹੀ। ਠੀਕ ਹੈ। ਅੱਛਾ, ਸਰਦੀਆਂ ਜਾਨਵਰਾਂ ਵਾਸਤੇ ਬਿਹਤਰ ਨੇ ਕਿ ਗਰਮੀਆਂ? ਸਰਦੀਆਂ ਚੰਗੀਆਂ ਰਹਿੰਦੀਆਂ। ਅੱਛਾ, ਤੁਸੀਂ ਆਪਣੇ ਜਾਨਵਰਾਂ ਦੀ ਰੋਜ਼ਾਨਾ ਦੀ ਰੂਟੀਨ ਕੀ ਰੱਖੀ ਹੈ ਜਿਹੜੇ ਹੁਣ ਦਿਨ ਚੱਲਦੇ ਨੇ ਪਏ, ਸਵੇਰ ਤੋਂ ਲੈ ਕੇ ਸ਼ਾਮ ਤੱਕ? ਕਿੰਨੇ ਵਜੇ ਧਾਰ ਕੱਢਦੇ ਹੋ, ਕੀ ਖਵਾਉਂਦੇ ਪਿਆਉਂਦੇ ਇਹਨਾਂ ਨੂੰ, ਕੀ ਹਿਸਾਬ ਦਾ? ਇਹਨਾਂ ਨੂੰ ਤੂੜੀ ਪੱਠਾ ਕਮਾਦ ਪਾਈਦਾ, ਪਰਾਲੀ ਪਾਈ ਦੀ ਟਾਈਮ ਨਾਲ ਤੇ ਵੰਡਾ ਪਾਈਦਾ। ਜ਼ਬਰਦਸਤ। ਅੱਛਾ ਅੰਕਲ ਜੀ, ਅਗਰ ਕੋਈ ਨਵਾਂ ਬੰਦਾ ਕਾਰੋਬਾਰ ਸਟਾਰਟ ਕਰਨਾ ਚਾਹੁੰਦਾ ਵੇ, ਤੁਹਾਡਾ ਕੀ ਖਿਆਲ ਹੈ ਉਹਨੂੰ ਕਰਨਾ ਚਾਹੀਦਾ ਵੇ? ਤੇ ਅਗਰ ਕਰਨਾ ਚਾਹੀਦਾ ਕਿੰਨੇ ਜਾਨਵਰਾਂ ਤੋਂ ਕਰਨਾ ਚਾਹੀਦਾ? ਉਹਨੂੰ ਪਾਉਂਦੇ 10 ਤੋਂ 10 ਡੰਗਰਾਂ ਤੋਂ ਹੋਵੇ ਤੇ ਫੇਰ ਵੱਧਦਾ। 10 ਡੰਗਰਾਂ ਵਾਸਤੇ ਤਾਂ ਪੈਸਾ ਕਿੰਨਾ ਹੋਣਾ ਚਾਹੀਦਾ? ਇਹ ਗਿਣ ਲਓ ਹੁਣ ਤੁਸੀਂ ਕਿੰਨੇ ਦੀ ਆਉਂਦੀ ਹੈ ਮੱਝ। 2.5 ਦੀ, 3 ਦੀ, ਪੌਣੇ 3 ਦੀ, 4 ਦੀ ਵੀ ਮੱਝ। 4 ਲੱਖ ਰੁਪਇਆ ਹੋਣਾ ਚਾਹੀਦਾ ਉਹਦੇ ਕੋਲ? ਹੋਣਾ ਚਾਹੀਦਾ। ਸਹੀ ਹੈ। ਤਾਂ ਜ਼ਮੀਨ ਆਪਣੀ ਕਿੰਨੀ ਹੋਣੀ ਚਾਹੀਦੀ ਉਹਦੇ ਵਾਸਤੇ? ਜ਼ਮੀਨ ਵੀ ਕੋਈ 5-7 ਕਿੱਲੇ ਹੋਣੀ ਚਾਹੀਦੀ, ਫੇਰ ਆ ਕੇ ਬੱਚਤ ਹੋ ਜਾਂਦੀ ਹੈ। ਹਾਂ। ਜ਼ਬਰਦਸਤ। ਅੱਛਾ ਅੰਕਲ ਜੀ, ਮਾਸ਼ਾਅੱਲਾ ਬੜੀ ਕੀਮਤੀ ਤੁਸੀਂ ਗੱਲਾਂ ਦੱਸੀਆਂ ਨੇ ਤੇ ਬੜਾ ਹੀ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ। ਅੱਲਾ ਹਾਫਿਜ਼।